ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਲਈ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਕਿ ਸਾਡੇ ਬੱਚੇ ਅਫਸਰ ਬਣਨ, PCS UPSC ਵੱਲ ਝਾਤ ਮਾਰਨ। ਉਸ ਲੜੀ ਨੂੰ ਅੱਜ ਅੱਗੇ ਵਧਾਉਂਦੇ ਹੋਏ ਮੈਂ ਕਲਾਕਾਰਾਂ ਦੇ ਸ਼ਹਿਰ ਧੂਰੀ ਬੈਠਾ ਜੀ। ਇੱਥੋਂ ਦੇ ਜੰਮੇ ਜਾਏ, ਇਸ ਮਿੱਟੀ ਦੇ ਨੇੜੇ ਤੇੜੇ ਦੇ ਜੰਮੇ ਜਾਏ ਰੁਪਿੰਦਰ ਕੌਰ ਆਏ ਸਾਡੇ ਮਹਿਮਾਨ ਹੋਣਗੇ, ਜਿਹੜੇ IAS ਬਣੇ ਨੇ। ਉਹਨਾਂ ਨੇ ਪਹਿਲਾਂ ਵੀ ਕੁਝ ਸਰਵਿਸਾਂ ਕੀਤੀਆਂ ਨੇ, ਚੰਗੀ ਪੜ੍ਹਾਈ ਕੀਤੀ ਹੈ। ਕਿਵੇਂ ਰੁਝਾਨ ਬਣਿਆ ਸਧਾਰਨ ਪਰਿਵਾਰ 'ਚੋਂ ਉੱਠ ਕੇ ਇੱਧਰ ਜਾਣਾ, ਕਿਵੇਂ ਮਿਹਨਤ ਰਹੀ, ਐਗਜ਼ਾਮ ਦੀ ਤਿਆਰੀ ਕਿਵੇਂ ਕੀਤੀ, ਆਪਦੇ ਆਪ ਨੂੰ ਬਣਾ ਕੇ ਕਿਵੇਂ ਰੱਖਿਆ, ਇਹਨਾਂ ਸਾਰੀਆਂ ਗੱਲਾਂ 'ਤੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਹੈ ਰੁਪਿੰਦਰ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਬਿਲਕੁਲ ਵਧੀਆ, ਠੀਕ ਹੋ? ਹਾਂਜੀ। ਇਹ ਸ਼ੁਰੂਆਤ ਕਰੀਏ ਤਾਂ ਤੁਹਾਡਾ ਥੋੜ੍ਹਾ ਜਿਹਾ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਤੁਹਾਡੀ ਗ੍ਰੈਜੂਏਸ਼ਨ ਕਿਹੜੇ ਸਬਜੈਕਟ ਨਾਲ ਹੈ? ਮੈਨੇ IIT ਰੋਪੜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਸੀਗੀ, BTech। ਉਸ ਤੋਂ ਬਾਅਦ ਮੇਰੀ ਜੌਬ ਦੇ ਵਿੱਚ ਐਕਸਪੀਰੀਅੰਸ ਹੈਗਾ ਥੋੜ੍ਹਾ, ਉਹ ਹੈਗਾ ਕਿ ਮੈਂ PSTCL ਦੇ ਵਿੱਚ ਐਜ਼ ਅ SDO ਸਿਲੈਕਟ ਹੋਈ ਸੀਗੀ ਜੀ। ਦੈਨ ਮੈਂ IPS ਦੇ ਵਿੱਚ ਸਿਲੈਕਟ ਹੋਈ ਸੀਗੀ 2019 ਦੇ ਵਿੱਚ ਐਗਜ਼ਾਮ ਹੋਇਆ ਸੀ। ਉਸ ਤੋਂ ਬਾਅਦ ਮੈਨੇ IAS ਦੇ ਵਿੱਚ ਸਿਲੈਕਸ਼ਨ ਲਈ ਸੀਗੀ 2020 ਐਗਜ਼ਾਮੀਨੇਸ਼ਨ 'ਚ। ਕੀ ਬਾਤ ਹੈ। ਇਹ ਜੇ ਆਪਾਂ ਧੂਰੀ ਨੂੰ ਸੋਚੀਏ ਤਾਂ ਇੱਕ ਪਿੰਡਾਂ ਵਰਗਾ ਸ਼ਹਿਰ ਹੈ, ਕਸਬਾ ਹੈ। ਹਾਂਜੀ। ਕੌਣ ਹੌਸਲਾ ਰਿਹਾ ਤੁਹਾਡਾ ਕਿ ਤੁਹਾਡੀ ਡਾਇਰੈਕਸ਼ਨ UPSC ਵੱਲ ਹੋਈ? ਸ਼ੁਰੂ ਤੋਂ ਮੈਂ ਜਦੋਂ ਸਕੂਲ 'ਚ ਸੀਗੀ ਉਦੋਂ ਹੀ ਮੇਰੇ ਮਨ 'ਚ ਸੀਗਾ ਕਿ ਮੈਨੇ UPSC ਦੀ ਪ੍ਰੈਪਰੇਸ਼ਨ ਕਰਨੀ ਹੈ। ਐਕਚੁਅਲੀ ਉਸ ਟਾਈਮ ਮੈਨੂੰ UPSC ਬਾਰੇ ਨਹੀਂ ਸੀ ਪਤਾ, ਬਸ ਮੈਨੂੰ ਇੰਨਾ ਪਤਾ ਸੀ ਕਿ IAS ਦੀ ਪ੍ਰੈਪਰੇਸ਼ਨ ਕਰਨੀ ਔਰ IAS ਬਣਨਾ ਹੈ ਜੀ। ਬਟ ਕਰਨਾ ਕਿੱਦਾਂ ਹੈ ਔਰ ਇਸ ਨੂੰ ਮਟੀਰੀਅਲਾਈਜ਼ ਕਿਸ ਤਰ੍ਹਾਂ ਕਰਨਾ, ਉਸ ਦੇ ਬਾਰੇ ਕੋਈ ਆਈਡੀਆ ਨਹੀਂ ਸੀ, ਕੋਈ ਗਾਈਡੈਂਸ ਨਹੀਂ ਸੀ, ਕੁਝ ਵੀ, ਕੋਈ ਮੈਂਟਰਸ਼ਿਪ ਨਹੀਂ ਸੀ ਜੀ। ਪਰ ਕਹਿ ਸਕਦੇ ਹਾਂ ਕਿ ਵੀ ਰੱਬ ਦਾ ਸਬੱਬ ਬਣਿਆ, ਜਾਂ ਇੱਕ ਮੈਨੂੰ ਕਾਲਜ ਇਸ ਤਰੀਕੇ ਦਾ ਮਿਲ ਗਿਆ ਜਿੱਥੇ ਮੇਰੇ ਬੈਚਮੇਟਸ ਕੁਝ IAS ਬਣਨਾ ਚਾਹੁੰਦੇ ਸੀ, ਅਤੇ ਉਹਨਾਂ ਤੋਂ ਮੈਨੂੰ ਪਤਾ ਚੱਲਾ ਕਿ ਵੀ ਓਕੇ UPSC ਕਰਕੇ ਕੋਈ ਚੀਜ਼ ਹੈਗੀ ਆ ਜਿਸ ਦੇ ਨਾਲ IAS ਬਣਦੇ ਆ। ਕਿਉਂਕਿ ਮੈਨੂੰ ਪਹਿਲਾਂ ਇਹੀ ਚੀਜ਼ ਨਹੀਂ ਸੀ ਪਤਾ ਕਿ ਵੀ UPSC ਦੇ ਥਰੂ ਤੁਸੀਂ IAS ਬਣੋਗੇ। ਤੁਸੀਂ ਸੋਚਦੇ ਸੀ ਵੀ ਸਿੱਧਾ ਬਣਦਾ ਬੰਦਾ? ਹਾਂਜੀ ਜੀ। ਫਿਰ ਉਸ ਤੋਂ ਮੈਨੂੰ ਪਤਾ ਚੱਲਾ ਕਿ UPSC ਦੀ ਪ੍ਰੈਪਰੇਸ਼ਨ ਕਰਨ ਵਾਸਤੇ ਲੋਕੀ ਦਿੱਲੀ ਜਾਂਦੇ ਆ, ਉੱਥੇ ਕੋਚਿੰਗ ਵੀ ਮਿਲਦੀ ਹੈਗੀ ਆ, ਅਤੇ ਉੱਥੋਂ ਸਾਰੀ ਗਾਈਡੈਂਸ ਮੈਨੂੰ ਮੇਰੇ ਬੈਚਮੇਟਸ, ਜੋ ਮੇਰੇ IIT ਦੇ ਬੈਚਮੇਟ ਸੀਗੇ, ਉਹਨਾਂ ਤੋਂ ਪਤਾ ਚੱਲਿਆ। ਦੈਨ ਉਹ ਡਾਇਰੈਕਸ਼ਨ ਮਿਲ ਗਈ ਇੱਕ ਤਰ੍ਹਾਂ ਦੀ, ਉਹਨਾਂ ਤੋਂ ਇਨਫੋਰਮੇਸ਼ਨ ਮਿਲ ਗਈ, ਨੌਲੇਜ ਮਿਲ ਗਈ। ਫਿਰ ਉੱਥੋਂ ਮੇਰੀ ਸਾਰੀ ਇਹ ਜਰਨੀ। ਜਦੋਂ ਤੁਸੀਂ SDO ਸਿਲੈਕਟ ਹੋ ਗਏ ਸੀ, ਬੰਦਾ ਸੋਚਦਾ ਨੌਕਰੀ ਮਿਲ ਗਈ ਹੈ, ਜ਼ਿੰਦਗੀ ਠੀਕ ਹੈ, ਆਪਾਂ ਕਰਨਾ ਕੀ ਹੈ, ਦੁਬਾਰਾ ਕਿਉਂ ਸ਼ੁਰੂਆਤ ਕੀਤੀ ਹੈ? ਐਕਚੁਅਲੀ ਮੇਰੀ ਇਹ UPSC ਦੀ ਪ੍ਰੈਪਰੇਸ਼ਨ ਦਾ ਹੀ ਪਾਰਟ ਸੀ, ਕਿਉਂਕਿ ਮੈਨੇ ਆਪਣਾ ਪਲਾਨ ਬਣਾਇਆ ਸੀ। ਮੈਨੂੰ ਹਮੇਸ਼ਾ ਇਸ ਤਰ੍ਹਾਂ ਲੱਗਦਾ ਸੀ, ਮੇਰੇ ਪੇਰੈਂਟਸ ਦੇ ਥਰੂ ਵੀ ਕਹਿ ਸਕਦੇ ਆ, ਫੈਮਿਲੀ ਦੇ ਥਰੂ, ਕਿਉਂਕਿ ਇੱਦਾਂ ਸੀਗਾ ਕਿ ਮੈਨੂੰ ਲੱਗਦਾ ਸੀ ਇਹ ਐਗਜ਼ਾਮ ਹੈ ਜੋ ਬਹੁਤ ਮੁਸ਼ਕਿਲ ਨਾਲ ਕਲੀਅਰ ਹੋਏਗਾ, ਔਰ ਹੋ ਸਕਦਾ ਹੋਏਗਾ ਹੀ ਨਹੀਂ ਕਲੀਅਰ, ਮਤਲਬ ਇਹ ਮੇਰੇ ਮਾਈਂਡ 'ਚ ਹੁੰਦਾ ਸੀ। ਅਤੇ ਇਸ ਕਰਕੇ ਮੈਨੇ ਸੋਚਿਆ ਸੀ ਵੀ ਇੱਕ ਜੋਬ ਲੈਣੀ ਬਹੁਤ ਜ਼ਰੂਰੀ ਹੈ, ਪਲਾਨ B ਰੱਖਣਾ ਹੈ। ਹਾਂਜੀ, ਕਿ ਵੀ ਜੋਬ ਲੈਣੀ ਜ਼ਰੂਰੀ ਆ, ਉਸ ਤੋਂ ਬਾਅਦ ਮੈਂ ਪ੍ਰੈਪਰੇਸ਼ਨ ਸਟਾਰਟ ਕਰੂੰਗੀ। ਮੇਰੀ ਪੂਰੀ ਪਲੈਨਿੰਗ ਇਸ ਤਰੀਕੇ ਨਾਲ ਸੀਗੀ, ਔਰ ਮੇਰੀ ਪਲੈਨਿੰਗ ਸਕਸੈਸਫੁਲ ਵੀ ਹੋਈ। ਮੈਨੇ ਪਹਿਲਾਂ ਇਸ ਤਰੀਕੇ ਦੀ ਜੋਬ ਲੈਣੀ ਸੀ ਜੋ ਇੱਕ ਮੈਨੂੰ ਟਾਈਮ ਵੀ ਦੇਵੇ ਪੜ੍ਹਨ ਵਾਸਤੇ, ਅਤੇ ਪਲੱਸ ਮੈਨੂੰ ਫਾਈਨੈਂਸ਼ੀਅਲੀ ਵੀ ਇੰਡੀਪੈਂਡੈਂਟ ਰੱਖੇ, ਔਰ ਅਗਰ ਬਾਈ ਚਾਂਸ ਮੇਰਾ UPSC 'ਚ ਸਿਲੈਕਸ਼ਨ ਨਹੀਂ ਹੁੰਦੀ ਤਾਂ ਮੈਂ ਉਸ ਜੋਬ ਦੇ ਵਿੱਚ ਫਿਰ ਕੰਟੀਨਿਊ ਕਰਨਾ। ਉਸ ਟਾਈਮ ਦੇ ਵਿੱਚ ਮੈਨੂੰ ਇਸ ਤਰੀਕੇ ਦੀ ਜੋਬ ਮਿਲ ਗਈ ਜਿਸ 'ਚ ਮੈਨੂੰ ਟਾਈਮ ਵੀ ਮਿਲਿਆ ਪੜ੍ਹਨ ਵਾਸਤੇ, ਫਾਈਨੈਂਸ਼ੀਅਲ ਇੰਡੀਪੈਂਡੈਂਸ ਵੀ ਮਿਲੀ, ਉਹ ਸਾਰਾ ਕੁਛ ਹੈ। ਉਸ ਤੋਂ ਬਾਅਦ ਮੈਨੇ ਪ੍ਰੈਪਰੇਸ਼ਨ ਸਟਾਰਟ ਕੀਤੀ, ਮਤਲਬ ਮੈਨੇ ਪ੍ਰੈਪਰੇਸ਼ਨ ਨੌਕਰੀ ਤੋਂ ਬਾਅਦ ਸਟਾਰਟ ਕੀਤੀ। ਜਦੋਂ ਸ਼ੁਰੂਆਤ ਕਰਦਾ ਬੰਦਾ, ਉਹ ਕਿ ਸੋਚਦਾ, ਹਰ ਕੋਈ ਐਗਜ਼ਾਮ ਵਾਲਾ ਸੋਚਦਾ ਵੀ ਸਿਲੇਬਸ ਬਹੁਤ ਜ਼ਿਆਦਾ ਹੈ, ਹਾਂਜੀ, ਇਹ ਨਹੀਂ ਪਤਾ ਲੱਗਦਾ ਕਿ ਪੜ੍ਹਨਾ ਕੀ ਹੈ ਅਤੇ ਕੀ ਨਹੀਂ ਪੜ੍ਹਨਾ। ਇਹ ਜਰਨੀ ਕਿਵੇਂ ਰਹੀ? ਸਟਾਰਟਿੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਓਵਰਵੈਲਮਿੰਗ ਲੱਗਦਾ ਸੀ ਸਾਰਾ ਕੁਝ, ਕਿ ਵੀ ਹੋਏਗਾ ਕਿਸ ਤਰ੍ਹਾਂ। ਮੈਨੂੰ ਇੱਦਾਂ ਲੱਗਦਾ ਸੀ ਵੀ ਸਾਰਾ ਕੁਛ ਹੀ ਪੜ੍ਹਨਾ, ਅੰਡਰ ਦੀ ਸਨ ਕਹਿੰਦੇ ਆ ਕਿ ਸਭ ਕੁਝ ਹੀ ਪੜ੍ਹਨਾ। ਬਟ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਵੀ ਮੈਂ ਸਭ ਨੂੰ ਹੀ ਦੱਸਣਾ ਚਾਹਾਂਗੀ ਜੋ UPSC ਦੀ ਪ੍ਰੈਪਰੇਸ਼ਨ ਕਰਦੇ ਆ ਜਾਂ PPSC ਦੀ ਪ੍ਰੈਪਰੇਸ਼ਨ ਕਰਦੇ ਆ, ਕਿ ਦੋ ਚੀਜ਼ਾਂ ਹੈ। ਮੈਂ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਜੋ ਐਂਡ ਰਿਜ਼ਲਟ ਕੱਢਿਆ ਕਿ ਤੁਹਾਨੂੰ ਦੋ ਬਾਈਬਲ ਹੈ ਐਕਚੁਅਲੀ UPSC ਦੀ ਪ੍ਰੈਪਰੇਸ਼ਨ ਲਈ। ਉਹ ਹੈ UPSC ਦਾ ਸਿਲੇਬਸ, ਔਰ ਸੈਕਿੰਡ ਚੀਜ਼ ਹੈਗੀ ਆ ਪ੍ਰੀਵੀਅਸ ਈਅਰ ਕੁਐਸਚਨਸ ਜੀ। ਔਰ ਅਗਰ ਤੁਹਾਡੇ ਕੋਲ ਕੋਈ ਗਾਈਡੈਂਸ ਨਹੀਂ ਹੈ, ਤੁਹਾਡੇ ਕੋਲ ਕੋਈ ਮੈਂਟਰਸ਼ਿਪ ਨਹੀਂ ਹੈ, ਅਗਰ ਤੁਹਾਡੇ ਕੋਲ ਇਹ ਦੋ ਚੀਜ਼ਾਂ ਨੇ, ਇਹੀ ਤੁਹਾਡੀ ਗਾਈਡੈਂਸ ਨੇ ਔਰ ਇਹੀ ਤੁਹਾਡੀ ਮੈਂਟਰਸ਼ਿਪ ਨੇ। ਮੇਰਾ ਵੀ ਇਹੀ ਸਿਸਟਮ ਸੀਗਾ। ਮੈਨੂੰ ਜਦੋਂ ਵੀ ਕੋਈ ਲੱਗਦਾ ਸੀਗਾ ਕਿ ਮੈਂ ਹੁਣ ਕੀ ਕਰਾਂ, ਮਤਲਬ ਕੋਈ ਟੌਪਿਕ ਆ ਗਿਆ ਕਿ ਪਤਾ ਨਹੀਂ ਹੁਣ ਇਹਦੇ 'ਚ ਕਰਨਾ ਕੀ ਆ, ਤਾਂ ਸਟਿਕ ਟੂ ਦੋ ਚੀਜ਼ਾਂ। UPSC ਦਾ ਸਿਲੇਬਸ ਦੇਖਣਾ ਹੁੰਦਾ ਸੀ ਕਿ ਉਹਨਾਂ ਨੇ ਕੀ ਬੋਲਿਆ, ਦੈਨ ਉਸ ਤੋਂ ਬਾਅਦ UPSC ਨੇ ਕੀ ਪੁੱਛਿਆ ਉਸ 'ਚ। ਇਹ ਦੋਨੋਂ ਚੀਜ਼ਾਂ ਨੇ ਮੇਰਾ ਲਿਮਿਟ ਕਰਤੇ ਸੀ ਉਸ ਚੀਜ਼ ਨੂੰ, ਜੋ ਮੈਨੂੰ ਹਮੇਸ਼ਾ ਓਵਰਵੈਲਮਿੰਗ ਲੱਗਦੀ ਸੀ। ਜਦੋਂ ਸ਼ੁਰੂਆਤ ਰਹੀ, ਕਹਿੰਦੇ ਬਹੁਤ ਬੈਠਣਾ ਪੈਂਦਾ ਹੈ,
ਸਬਜੈਕਟਸ ਦੀ ਵੰਡ ਕਰਨੀ ਪੈਂਦੀ ਹੈ, ਕੁਝ ਸਬਜੈਕਟ ਕਮਜ਼ੋਰ ਹੁੰਦੇ ਆ, ਕੁਝ ਠੀਕ ਹੁੰਦੇ ਆ, ਇਹ ਕਿਵੇਂ ਰਿਹਾ? ਹਾਂਜੀ, ਨੋ ਡਾਊਟ ਇਸ ਦੇ ਵਿੱਚ ਡਾਈਵਰਸਿਟੀ ਹੈ ਜੀ। ਮੇਰੇ ਵੀ ਕੁਝ ਸਬਜੈਕਟ ਸੀ ਜੋ ਬਹੁਤ ਵੀਕ ਸੀਗੇ, ਕੁਝ ਜੀ। ਸੀਗੇ ਸਟਰੈਂਥ ਵਾਲੇ ਸੀ। ਉਹ ਹਮੇਸ਼ਾ ਬੋਲਦੇ ਨੇ ਕਿ ਵੀ ਤੁਹਾਡੀ ਸਕਸੈਸ ਉਸ ਚੀਜ਼ ਤੇ ਡਿਪੈਂਡ ਕਰਦੀ ਹੈ ਕਿ ਜਿਹੜੀ ਤੁਹਾਡੀ ਸਟਰੈਂਥ ਹੈ ਉਸ ਨੂੰ ਜ਼ਿਆਦਾ ਇੰਪਰੂਵ ਕਰੋ, ਔਰ ਜਿਹੜੀ ਤੁਹਾਡੀ ਵੀਕਨੈਸ ਹੈ ਉਸ ਨੂੰ ਇੰਨਾ ਕੁ ਚੀਜ਼ ਲਿਆਓ ਕਿ ਵੀ ਉਹ ਤੁਹਾਨੂੰ ਨੀਚੇ ਨਾ ਲੈ ਕੇ ਜਾਵੇ ਔਰ ਤੁਸੀਂ ਉਸ ਲੈਵਲ ਤੇ ਰਹੋ। ਤੇ ਉਸ ਹਿਸਾਬ ਨਾਲ ਫੋਰ ਐਗਜ਼ਾਮਪਲ ਮੇਰਾ ਥੋੜਾ ਇਕਨੋਮੀ ਜ਼ਿਆਦਾ ਬੈਟਰ ਹੈ ਨਹੀਂ ਸੀ, ਬਟ ਮੈंने ਉਸ ਹਿਸਾਬ ਦੀ ਪ੍ਰੈਪਰੇਸ਼ਨ ਕਰ ਲਈ ਸੀ ਕਿ UPSC ਦੇ ਵਿੱਚ ਜੋ ਕੁਐਸਚਨ ਪੁੱਛੇ ਜਾਣਗੇ ਮੈਨੂੰ ਉਨਾ ਕੁ ਆਉਂਦਾ ਹੋਵੇ, ਤੇ ਉਸ ਹਿਸਾਬ ਨਾਲ ਤੁਸੀਂ ਤਿਆਰੀ ਕਰ ਲਓ। ਉਹਦੇ ਵਿੱਚ ਤੁਸੀਂ ਗੂਗਲ ਦੀ ਹੈਲਪ ਲੈ ਸਕਦੇ ਹੋ, YouTube ਵੀਡੀਓਜ਼ ਦੀ ਹੈਲਪ ਲੈ ਸਕਦੇ ਹੋ, ਕਿਸੇ ਦੀ ਗਾਈਡੈਂਸ ਲੈ ਸਕਦੇ ਹੋ ਜਿਸ ਨੂੰ ਇਸ ਦੇ ਵਿੱਚ ਜ਼ਿਆਦਾ ਐਕਸਪਰਟੀਜ਼ ਹੈਗੀ ਹੈ, ਜੋ ਵੀਕ ਪੁਆਇੰਟਸ ਹੈਗੇ ਆ। ਔਰ ਸਟਰੈਂਥ ਦੇ ਵਿੱਚ ਮੈਂ ਬੋਲੂੰਗੀ ਜਿੰਨਾ ਤੁਸੀਂ ਸਟਰੈਂਥ ਨੂੰ ਇੰਪਰੂਵ ਕਰ ਲਓਗੇ ਉਨਾ ਤੁਹਾਡਾ ਰੈਂਕ ਇੰਪਰੂਵ ਹੁੰਦਾ ਜਾਏਗਾ। ਹਰ ਬੱਚੇ ਦਾ ਦਿਮਾਗ ਦਾ ਸੰਤੁਲਨ ਹੈ ਜਿਹੜਾ ਉਹ ਭਾਲਦਾ ਹੁੰਦਾ, ਕੋਈ ਗਾਈਡੈਂਸ ਹੋਵੇ, ਨੋਟਸ ਹੋਣ, ਇਹ ਚੀਜ਼ਾਂ ਭੱਜ ਕੇ ਦਿਮਾਗ ਇੱਧਰ ਨੂੰ ਜਾਂਦਾ ਹੈ। ਹਾਂਜੀ। ਤੁਸੀਂ ਗਾਈਡੈਂਸ ਲਈ, ਕੋਚਿੰਗ ਲਈ, ਨੋਟਸ ਬਣਾਏ, ਆਪ ਬਣਾਏ, ਟੌਪਰਸ ਦੇ ਲਏ, ਜਾਂ ਕੀ ਕੀਤਾ? ਹਾਂਜੀ, ਕੋਚਿੰਗ ਮੈंने ਲਈ ਹੈਗੀ ਆ ਜੀ। ਕੋਚਿੰਗ ਮੈਂ ਐਕਚੁਅਲੀ ਜੌਬ ਕਰਦੀ ਸੀ, ਤੁਹਾਨੂੰ ਦੱਸਿਆ। ਮੈंने ਸਟਾਰਟਿੰਗ ਦੇ ਵਿੱਚ ਲੀਵ ਲਈ ਸੀਗੀ ਜਨਰਲ ਸਟੱਡੀਜ਼ ਦੀ ਕੋਚਿੰਗ ਲੈਣ ਵਾਸਤੇ। ਉਸ ਤੋਂ ਬਾਅਦ ਮੈਨੂੰ ਛੁੱਟੀ ਨਹੀਂ ਸੀ ਮਿਲੀ, ਆਪਸ਼ਨਲ ਦੀ ਮੈंने ਅਰਾਊਂਡ 4-5 ਇਅਰਸ ਬਾਅਦ ਲਈ ਸੀਗੀ ਕੋਚਿੰਗ, ਬਟ ਮੈंने ਕੋਚਿੰਗ ਲਈ ਹੈਗੀ ਆ। ਤੇ ਦੂਸਰੀ ਚੀਜ਼ ਹੈਗੀ ਆ ਨੋਟਸ ਬਣਾਉਣੇ। ਨੋਟਸ ਬਣਾਉਣੇ ਮੈਂ ਬੋਲੂੰਗੀ ਬਹੁਤ ਮੈਂਡੇਟਰੀ ਹੈ ਇਸ ਜਰਨੀ ਦੇ ਵਿੱਚ। ਉਸ ਦਾ ਰੀਜ਼ਨ ਇਹ ਹੈ ਕਿ ਵੀ ਜਿਸ ਤਰ੍ਹਾਂ ਆਪਾਂ ਨੇ ਗੱਲ ਕੀਤੀ, ਸਿਲੇਬਸ ਬਹੁਤ ਵਾਸਟ ਹੈ ਔਰ ਇੰਨਾ ਵਾਸਟ ਹੈ ਕਿ ਆਪਣਾ ਮਾਈਂਡ ਇੰਨਾ ਗ੍ਰਾਸਪ ਨਹੀਂ ਕਰ ਸਕਦਾ ਚੀਜ਼ਾਂ ਨੂੰ, ਔਰ ਆਪਾਂ ਨੇ ਇਸ ਚੀਜ਼ ਨੂੰ ਵਿਦਿਨ 7 ਮਿੰਟਸ, ਉੱਥੇ ਮੇਨਸ ਦੇ ਵਿੱਚ ਤੁਸੀਂ ਆਨਸਰ ਲਿਖੋਗੇ ਸਿਰਫ 7 ਮਿੰਟਸ ਦਾ ਹੀ ਟਾਈਮ ਹੁੰਦਾ ਇੱਕ ਕੁਐਸਚਨ ਵਾਸਤੇ। ਉਸ ਕੁਐਸਚਨ ਨੂੰ ਦੇਖਣਾ, ਸਮਝਣਾ, ਦੈਨ ਉਸ ਨੂੰ ਰੀਪਰੋਡਿਊਸ ਕਰਨਾ। ਔਰ ਇਹ ਚੀਜ਼ ਕਰਨ ਵਾਸਤੇ ਨੋਟਸ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਸ ਟਾਈਮ ਤੇ ਉਹ ਪਰਟੀਕੂਲਰ ਚੀਜ਼ ਤੁਹਾਡੇ ਮਾਈਂਡ 'ਚ ਇੱਕਦਮ ਕਲਿੱਕ ਹੋਣੀ ਚਾਹੀਦੀ ਔਰ ਵਿਦਿਨ ਟਾਈਮ ਲਿਮਿਟਸ ਤੁਹਾਨੂੰ ਕੰਪਲੀਟ ਕਰਨਾ। ਤਾਂ ਨੋਟਸ ਮੈंने ਮੇਨਸ ਦੇ ਐਕਸਟੈਂਸਿਵਲੀ ਬਣਾਈ ਸੀ। ਸਾਈਕੋਲੋਜੀ ਮੇਰਾ ਆਪਸ਼ਨਲ ਸੀ, ਉਸ ਦੇ ਵੀ ਮੈंने ਐਕਸਟੈਂਸਿਵਲੀ ਨੋਟਸ ਬਣਾਏ ਸੀਗੇ। ਪ੍ਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਮੈंने ਬੇਸਿਕ ਜੋ ਬੁੱਕਸ ਹੁੰਦੀਆਂ ਉਸ ਦੇ ਨੋਟਸ ਬਣਾਏ ਸੀਗੇ। ਬਟ ਇੱਕ ਹੋਰ ਚੀਜ਼ ਹੈਗੀ ਇਸ ਦਾ ਪਾਰਟ ਹੈ, ਉਹ ਕਰੰਟ ਅਫੇਅਰਸ ਹੈ, ਉਸ ਦੇ ਮੈंने ਨੋਟਸ ਨਹੀਂ ਸੀ ਬਣਾਏ। ਮੈਂ ਨਿਊਜ਼ਪੇਪਰ ਡੇਲੀ ਪੜ੍ਹਦੀ ਸੀ, ਬਟ ਮੈंने ਮੈਗਜ਼ੀਨਸ, ਕਰੰਟ ਅਫੇਅਰਸ ਦੇ ਜੋ ਮੈਗਜ਼ੀਨਸ ਹੁੰਦੀਆਂ ਉਸ ਨੂੰ ਫੋਲੋ ਕਰ ਲਿਆ ਸੀ। ਤੁਹਾਡੇ ਜਦੋਂ ਇਹ ਸਾਰਾ ਕੁਝ ਅੱਜ ਤੁਸੀਂ ਐਗਜ਼ਾਮ ਪਾਸ ਕਰ ਲਿਆ ਹੈ, ਦੂਜੀ ਵਾਰ ਕਰ ਲਿਆ ਹੈ, ਪਹਿਲਾਂ IPSC ਹੁਣ IAS ਬਣ ਗਏ ਹੋ, ਤੁਹਾਨੂੰ ਲੱਗਦਾ ਕਿ ਰੁਪਿੰਦਰ 'ਚ ਕਿਹੜੇ ਗੁਣ ਸੀਗੇ ਵੀ ਜਿਹੜੇ ਇੱਥੋਂ ਤੱਕ ਲੈ ਆਏ? ਹਾਂਜੀ, ਮੈਂ ਕਹੂੰਗੀ ਕਿ ਵੀ ਇੱਕ ਤਾਂ ਚੀਜ਼ ਹੈਗੀ ਹੈ ਕਿ ਤੁਸੀਂ ਆਪਣੇ ਫੇਲੀਅਰ ਨੂੰ ਐਕਸੈਪਟ ਕਰਨਾ, ਕਿਉਂਕਿ ਮੈਨੂੰ ਇਸ ਐਗਜ਼ਾਮ ਦੇ ਵਿੱਚ ਬਹੁਤ ਫੇਲੀਅਰ ਮਿਲਿਆ ਹੈ। ਇਸ ਤੋਂ ਪਹਿਲਾਂ ਮੈਨੂੰ ਫੇਲੀਅਰ ਨਹੀਂ ਮਿਲੀ ਸੀ, ਇਸ ਐਗਜ਼ਾਮ ਨੇ ਮੈਨੂੰ ਫੇਲੀਅਰ ਨੂੰ ਐਕਸੈਪਟ ਕਰਨਾ ਸਿਖਾਤਾ ਹੈਗਾ ਜੀ। ਉਹ ਮੇਰੀ ਇਸ ਦੀ ਲਰਨਿੰਗ ਦਾ ਪਾਰਟ ਹੈਗਾ, ਉਹ ਮੈंने ਆਪਣੀ ਪਰਸਨੈਲਿਟੀ 'ਚ ਵੀ ਪਾਲਿਆ ਹੈਗਾ, ਕਹਿ ਸਕਦੇ ਹੈਗੇ। ਅਤੇ ਉਹ ਕਹਿ ਲਓ ਕਿ ਰੁਪਿੰਦਰ ਦੇ ਵਿੱਚ ਇੱਕ ਚੀਜ਼ ਸੀਗੀ ਜੋ ਉਸ ਨੂੰ ਇੱਥੇ ਤੱਕ ਲੈ ਆਈ। ਅਤੇ ਦੂਸਰੀ ਚੀਜ਼ ਹੈਗੀ ਹੈ ਕਿ ਸਰ ਮੈਂ ਇੱਦਾਂ ਸੋਚਦੀ ਹਾਂ ਕਿ ਹਾਰਡ ਵਰਕ ਅਤੇ ਡਿਟਰਮੀਨੇਸ਼ਨ ਜਾਂ ਕਹਿ ਲਓ ਕੰਸਿਸਟੈਂਸੀ, ਇਹ ਐਗਜ਼ਾਮ ਭਾਲਦੀ ਹੈਗੀ ਆ। ਔਰ ਇਹ ਹਰ ਇੱਕ ਉਹ ਬੰਦਾ ਜਿਹੜਾ ਕਲੀਅਰ ਕਰਦਾ ਐਗਜ਼ਾਮ, ਉਸ ਦੇ ਵਿੱਚ ਇਹ ਹੁੰਦੀ ਹੈਗੀ ਆ। ਅਤੇ ਹਰ UPSC ਜਾਂ PPSC ਦੀ ਪ੍ਰੈਪਰੇਸ਼ਨ ਕਰਨ ਵਾਲੇ ਬੱਚੇ ਨੂੰ ਮੈਂ ਇਹੀ ਬੋਲੂੰਗੀ ਕਿ ਕੰਸਿਸਟੈਂਸੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਕੰਸਿਸਟੈਂਸੀ ਦੇ ਨਾਲ ਪੇਸ਼ੈਂਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪੇਸ਼ੈਂਸ ਰੱਖੋਗੇ ਤਾਂ ਤੁਹਾਨੂੰ ਫਰੂਟਸ ਮਿਲੇਗਾ ਹੀ ਮਿਲੇਗਾ, ਚਾਹੇ ਅੱਜ ਨਹੀਂ ਮਿਲੇਗਾ ਤਾਂ ਕੱਲ੍ਹ ਨੂੰ ਜ਼ਰੂਰ ਮਿਲ ਜਾਏਗਾ। ਰੁਪਿੰਦਰ ਜੀ, ਜਦੋਂ ਫੇਲੀਅਰ ਬਹੁਤ, ਤੁਸੀਂ ਟੌਪਰ ਰਹੇ ਹੋ ਸਕੂਲ 'ਚ, ਹਾਂਜੀ, ਤੁਹਾਡੀ ਫੈਮਿਲੀ ਨੇ ਦੱਸਿਆ ਵੀ ਤੁਸੀਂ ਬਹੁਤ ਮਿਹਨਤ ਦੇ ਨਾਲ ਹਮੇਸ਼ਾ ਅੱਗੇ ਰਹੇ ਹੋ, ਜਦੋਂ ਇੱਥੇ ਫੇਲੀਅਰ ਆ ਜਾਂਦਾ ਸੀ, ਸਲੋ ਫੇਜ਼ ਆ ਜਾਂਦਾ ਸੀ, ਆਪਦੇ ਆਪ ਨੂੰ ਬਾਹਰ ਕਿਵੇਂ ਕੱਢਿਆ? ਹਾਂਜੀ, ਉਹ ਫੇਜ਼ ਬਹੁਤ ਡਿਪਰੈਸਿੰਗ ਫੇਜ਼ ਹੁੰਦਾ ਹੈਗਾ, ਬਟ ਮੈਂ ਇਹੀ ਕਹਿ ਰਹੀ ਹੈਗੀ ਕਿ ਵੀ ਆਪਾਂ ਨੂੰ ਐਕਸੈਪਟ ਕਰਨਾ ਪਏਗਾ ਕਿ ਵੀ ਜਿਹੜਾ ਫੇਲੀਅਰ ਹੈ ਉਹ ਐਕਚੁਅਲ 'ਚ ਫੇਲੀਅਰ ਨਹੀਂ ਹੈ, ਉਹ ਇੱਕ ਲਰਨਿੰਗ ਦਾ ਪਾਰਟ ਹੈ। ਜੀ, ਜਦੋਂ ਤੁਹਾਨੂੰ ਫੇਲੀਅਰ ਮਿਲਦੀ ਹੈ ਤਾਂ ਇੱਕ ਸਕੋਪ ਮਿਲਦਾ ਇੰਪਰੂਵਮੈਂਟ ਕਰਨ ਦਾ, ਆਪਣੀ ਲਾਈਫ 'ਚ ਵੀ, ਆਪਣੀ ਪਰਸਨੈਲਿਟੀ 'ਚ ਵੀ, ਕਿਸੇ ਵੀ ਡਾਇਰੈਕਸ਼ਨ 'ਚ ਆਪਾਂ ਕਹਿ ਸਕਦੇ ਹਾਂ। ਜਦੋਂ ਤੁਸੀਂ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਤਾਂ ਤੁਸੀਂ ਬਹੁਤ ਈਜ਼ੀਲੀ ਉਸ ਚੀਜ਼ ਨੂੰ ਓਵਰਕਮ ਕਰ ਲਓਗੇ। ਤਾਂ ਉਹ ਫੇਲੀਅਰ ਨੂੰ ਐਜ਼ ਅ ਲਰਨਿੰਗ ਫੇਜ਼ ਰੱਖੋ, ਉਸਨੂੰ ਕੋਈ ਨੈਗੇਟਿਵ ਸੈਂਸ 'ਚ ਨਾ ਲਵੋ ਜੀ। ਤਾਂ ਉਦੋਂ ਤੁਸੀਂ ਆਰਾਮ ਨਾਲ ਉਸ ਚੀਜ਼ ਨੂੰ ਓਵਰਕਮ ਕਰ ਲਓਗੇ ਤਾਂ ਤੁਹਾਨੂੰ ਮੋਟੀਵੇਸ਼ਨ ਵੀ ਨਾਲ ਦੀ ਨਾਲ ਮਿਲਦੀ ਰਹੇਗੀ। ਜਦੋਂ IPS ਬਣ ਗਏ ਸੀ, ਪੁਲਿਸ 'ਚ ਜਾਣ ਦਾ ਨਹੀਂ ਵਿਚਾਰ ਸੀ? ਮੇਰੀ ਜੋ ਪਹਿਲੀ ਪ੍ਰੈਫਰੈਂਸ ਸੀਗੀ ਉਹ IAS ਸੀਗੀ, ਅਤੇ ਗੋਲ ਇੱਕ IAS ਦਾ ਰੱਖਿਆ ਹੋਇਆ ਸੀਗਾ ਪਹਿਲੇ ਤੋਂ ਹੀ। ਉਹ ਕਹਿ ਲਓ ਕਿ UPSC ਦੀ ਪ੍ਰੈਪਰੇਸ਼ਨ ਦੇ ਵਿੱਚ ਸੈਕਿੰਡ ਪ੍ਰੈਫਰੈਂਸ, ਨੋ ਡਾਊਟ ਬਹੁਤ ਅੱਛੀ ਸਰਵਿਸ ਹੈਗੀ ਆ ਇਹ,
ਇੱਕ ਆਈਐਸ ਬਣਨਾ ਗੋਲ ਸੀ ਤਾਂ ਇੱਦਾਂ ਲੱਗਦਾ ਸੀ ਕਿ ਕੋਈ ਗੱਲ ਨਹੀਂ, ਇੱਕ ਵਾਰ ਹੋਰ ਟਰਾਈ ਕਰਕੇ ਦੇਖ ਲੈਂਦੇ ਹਾਂ, ਸ਼ਾਇਦ ਆਈਐਸ ਬਣ ਜਾਈਏ। ਤੇ ਅਗਰ ਨਹੀਂ ਬਣਦੇ ਤਾਂ ਸਰ ਆਈਪੀਐਸ ਇਜ਼ ਵੈਰੀ ਗੁੱਡ ਸਰਵਿਸ ਮੈਂ ਬੋਲੂੰ। ਕੋਈ ਕਿਤਾਬਾਂ ਰੈਫਰ ਕਰਨੀਆਂ ਚਾਹੋਗੇ? ਸਰ ਕਿਤਾਬਾਂ, ਪਹਿਲੀ ਗੱਲ ਮੈਂ ਕਹੂੰਗੀ ਕਿ ਬੇਸਿਕ ਬੁੱਕਸ ਤੇ ਸਟਿਕ ਰਹੋ। ਉਸ ਦਾ ਬੇਸਿਕ ਬੁੱਕਸ ਹੈਗੀਆਂ ਨੇ ਐਨਸੀਆਰਟੀਜ਼ 6 ਤੋਂ 12 ਸਟੈਂਡਰਡ ਦੀਆਂ ਐਨਸੀਆਰਟੀਜ਼ ਹੈਗੀਆਂ। ਉਸ ਤੋਂ ਬਾਅਦ ਕੁਝ ਸਟੈਂਡਰਡ ਬੁੱਕਸ ਆ ਜਾਂਦੀਆਂ, ਜਿਸ ਤਰ੍ਹਾਂ ਪੋਲਿਟੀ ਦੀਆਂ ਲਕਸ਼ਮੀਕਾਂਤ ਹੋ ਗਈ ਜੀ, ਸਪੈਕਟਰਮ ਹੋ ਗਈ ਹਿਸਟਰੀ ਵਾਸਤੇ, ਜੀਓਗ੍ਰਾਫੀ ਦੀ ਮੈਨੇ ਐਨਸੀਆਰਟੀਜ਼ ਹੀ ਪੜ੍ਹੀਆਂ ਸੀਗੀਆਂ। ਦੈਨ ਇਕੋਨਮੀ ਵਾਸਤੇ ਮੈਨੇ ਸ਼੍ਰੀ ਰਾਮ ਆਈਐਸ ਦੇ ਨੋਟਸ ਲਏ ਸੀਗੇ, ਔਰ ਕਰੰਟ ਅਫੇਅਰਸ ਵਾਸਤੇ ਮੈਨੇ ਵਿਜ਼ਨ ਆਈਐਸ ਦੇ ਨੋਟਸ ਲਏ ਸੀਗੇ, ਔਰ ਇਨਵਾਇਰਮੈਂਟ ਵਾਸਤੇ ਸ਼ੰਕਰ ਆਈਐਸ ਲੈ ਸਕਦੇ ਹੈਗੇ ਹੋ। ਤੇ ਪੋਲਿਟੀ, ਜੀਓਗ੍ਰਾਫੀ, ਇਕਨੋਮਿਕਸ, ਸਾਇੰਸ ਵਾਸਤੇ ਸਰ ਕਰੰਟ ਅਫੇਅਰਸ ਨੋਟਸ ਹੀ ਲਏ ਸੀਗੇ, ਔਰ ਬੇਸਿਕ ਬੁੱਕਸ ਹੋ ਗਈਆਂ ਉਹਨਾਂ ਦੀਆਂ। ਰੁਪਿੰਦਰ ਜੀ, ਅੱਜ ਜਦੋਂ ਤੁਸੀਂ ਐਗਜ਼ਾਮ ਨੂੰ ਬਹੁਤ ਐਕਸਪੀਰੀਅੰਸ ਕਰ ਲਿਆ, 2 ਵਾਰੀ ਆ ਵੀ ਗਏ ਹੋ, ਤੁਹਾਨੂੰ ਕੀ ਲੱਗਦਾ ਕਿ ਯੂਪੀਐਸਸੀ ਤੁਹਾਡੇ ਤੋਂ ਡਿਮਾਂਡ ਕੀ ਕਰਦੀ ਹੈ? ਹਾਂਜੀ, ਸ਼ੁਰੂ ਤੋਂ ਪੂਰਾ ਪ੍ਰੋਸੈਸ ਡਿਮਾਂਡ ਕੀ ਹੈ ਉਹਦੀ? ਬੰਦਾ ਕਿਤਾਬੀ ਕੀੜਾ ਚਾਹੀਦਾ ਹੈ, ਕਿਹੋ ਜਿਹਾ ਬੰਦਾ ਚਾਹੀਦਾ ਉਹਨੂੰ? ਯੂਪੀਐਸਸੀ ਕਿਤਾਬੀ ਕੀੜਾ ਤਾਂ ਬਿਲਕੁਲ ਵੀ ਨਹੀਂ ਚਾਹੁੰਦੀ। ਇਹ ਤਾਂ ਮੈਂ ਬਹੁਤ ਉਸ ਦੇ ਨਾਲ ਡਿਟਰਮੀਨੇਸ਼ਨ ਨਾਲ ਬੋਲ ਸਕਦੀ ਹੈਗੀ ਹਾਂ। ਯੂਪੀਐਸਸੀ ਚਾਹੁੰਦੀ ਹੈ ਕਿ ਤੁਸੀਂ ਬਹੁਤ ਹੀ ਹੰਬਲ ਬੈਕਗਰਾਊਂਡ ਦੇ ਔਰ ਹੰਬਲਨੈਸ ਪਰਸਨੈਲਿਟੀ ਵਾਲੇ ਹੋਵੋ, ਪਹਿਲੀ ਗੱਲ। ਦੂਸਰੀ ਗੱਲ ਹੈਗੀ, ਉਹ ਚਾਹੁੰਦੇ ਆ ਕਿ ਵੀ ਤੁਸੀਂ ਓਵਰਆਲ ਹਰ ਫੀਲਡ ਦੇ ਵਿੱਚ ਵਧੀਆ ਐਵਰੇਜ ਪਰਫਾਰਮ, ਵਧੀਆ ਵੀ ਨਹੀਂ ਐਵਰੇਜ ਪਰਫਾਰਮ ਕਰੋ। ਔਰ ਉਹ ਚਾਹੁੰਦੇ ਆ ਕਿ ਵੀ ਹਰ ਤਰੀਕੇ ਦੀ ਆਈਡੀਆਜ਼ ਜਾਂ ਹਰ ਤਰੀਕੇ ਦੀਆਂ ਟੌਪਿਕਸ 'ਤੇ ਥੋੜ੍ਹਾ ਬੈਲੈਂਸਡ ਅਪਰੋਚ ਹੋਵੇ, ਕੋਈ ਐਕਸਟ੍ਰੀਮ ਵਿਊ ਪੁਆਇੰਟ ਤੁਹਾਡਾ ਨਹੀਂ ਹੋਣਾ ਚਾਹੀਦਾ। ਅਤੇ ਉਸ ਤੋਂ ਬਾਅਦ ਉਹ ਚਾਹੁੰਦੇ ਆ ਕਿ ਵੀ ਹਰ ਚੀਜ਼ ਦੇ ਵਿੱਚ ਤੁਸੀਂ ਕੰਸਿਸਟੈਂਟਲੀ ਉਸਨੂੰ ਪਰਫਾਰਮ ਕਰੋ। ਅਤੇ ਨਾਲ ਦੀ ਨਾਲ ਇੰਟੈਗਰਿਟੀ ਔਰ ਓਨੈਸਟੀ ਵਾਲਾ ਪਾਰਟ ਤਾਂ ਉਹਨਾਂ ਦਾ ਹੈ ਹੀ ਹੈ ਕਿ ਵੀ ਉਹ ਭਾਲਦੇ ਹੀ ਹੈ ਜੀ। ਇਹ ਬਹੁਤ ਹੀ ਬੈਲੈਂਸਡ ਜੋ ਪਰਸਨੈਲਿਟੀ ਹੋਏਗੀ, ਉਸ ਤਰੀਕੇ ਦੀ ਪਰਸਨੈਲਿਟੀ ਉਹ ਭਾਲਦੇ ਹੈ। ਨੌਜਵਾਨ ਪੀੜ੍ਹੀ ਆਲੇ ਦੁਆਲੇ ਵਾਲੇ ਜਿਹੜੇ, ਤੁਸੀਂ ਵੀ ਉਹਨਾਂ 'ਚ ਕਿਸੇ ਦਿਨ ਸ਼ਾਮਲ ਸੀ, ਡਾਊਟਸ ਕੀ ਹੁੰਦੇ ਨੇ, ਭਰਮ ਕਿਹੜੇ ਆ ਯੂਪੀਐਸਸੀ ਦੇ, ਜਦੋਂ ਤੁਹਾਨੂੰ ਵਿੱਚ ਵੜ ਕੇ ਪਤਾ ਲੱਗਦਾ ਵੀ ਇਹ ਤਾਂ ਹੈ ਹੀ ਨਹੀਂ, ਕੁਛ ਨਹੀਂ ਸੀ? ਭਰਮ ਕੀ ਦੇਖਦੇ ਹੋ? ਵਹਿਮ ਭਰਮ ਵੀ ਹੁੰਦੇ? ਹਾਂਜੀ, ਸਭ ਤੋਂ ਵੱਡਾ ਵਹਿਮ ਭਰਮ ਤਾਂ ਇਹੀ ਹੁੰਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੈਨੂੰ ਲੱਗਿਆ ਸੀਗਾ ਕਿ ਵੀ ਆਈਐਸ ਤਾਂ ਪਤਾ ਨਹੀਂ ਬਹੁਤ ਵੱਡੀ ਚੀਜ਼ ਹੈ, ਕਦੇ ਕਿਸੇ ਤੋਂ ਕਲੀਅਰ ਹੋ ਹੀ ਨਹੀਂ ਸਕਦੀ। ਇਹ ਸਭ ਤੋਂ ਵੱਡਾ ਡਿਸਮੈਂਟਲ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਬੰਦਾ, ਕਿਉਂਕਿ ਸਭ ਤੋਂ ਵੱਡਾ ਡਿਸਮੈਂਟਲ ਉਦੋਂ ਹੁੰਦਾ ਜਦੋਂ ਤੁਹਾਡੇ ਫਰੈਂਡਸ ਕਲੀਅਰ ਕਰ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਅੱਛਾ ਇਹ ਵੀ ਕਲੀਅਰ ਕਰ ਸਕਦਾ ਤਾਂ ਮੈਂ ਵੀ ਕਲੀਅਰ ਕਰ ਸਕਦੀ ਹੈਗੀ ਹਾਂ। ਅਤੇ ਸਭ ਤੋਂ ਪਹਿਲਾ ਭਰਮ ਇਹੀ ਹੁੰਦਾ ਕਿ ਵੀ ਹੋਏਗਾ ਜਾਂ ਨਹੀਂ ਹੋਏਗਾ। ਇਹ ਵਾਲਾ ਡਿਸਮੈਂਟਲ ਹੋਏਗਾ ਜਦੋਂ ਤੁਹਾਡੇ ਫਰੈਂਡਸ ਜਾਂ ਆਸ-ਪਾਸ ਵਾਲੇ ਕਲੀਅਰ ਕਰ ਜਾਣਗੇ। ਦੂਸਰੀ ਚੀਜ਼ ਹੁੰਦੀ ਆ, ਜਿਸ ਤਰ੍ਹਾਂ ਆਪਾਂ ਹੁਣੇ ਡਿਸਕਸ ਕੀਤਾ ਵੀ ਨੋਟਸ ਬਣਾਉਣੇ ਚਾਹੀਦੇ ਨੇ ਜਾਂ ਨਹੀਂ ਬਣਾਉਣੇ ਚਾਹੀਦੇ, ਕੋਚਿੰਗ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ, ਸੈਲਫ ਸਟੱਡੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਇਹ ਸਾਰੇ ਹੀ ਇਸ਼ੂਜ਼ ਨੇ ਇੱਕ ਯੂਪੀਐਸਸੀ ਐਸਪੀਰੈਂਟ ਦੇ ਦਿਮਾਗ ਦੇ ਵਿੱਚ ਦਿਨ ਬ ਦਿਨ ਆਉਂਦੇ ਹੀ ਰਹਿੰਦੇ ਆ ਜੀ। ਆਖਰੀ ਸਵਾਲ ਹੈ ਮੇਰਾ, ਕਿਹੜੀ ਚੀਜ਼ ਨੇ ਬਹੁਤ ਡਿਸਟਰਬ ਕੀਤਾ, ਜਿਹੜੀ ਕਾਬੂ ਨਹੀਂ ਸੀ ਆਉਂਦੀ ਤੁਹਾਡੇ ਤੋਂ? ਅਗਰ ਮੈਂ ਸਿਲੇਬਸ ਦੇ ਪੁਆਇੰਟ ਆਫ ਵਿਊ ਨਾਲ ਸੋਚਾਂ ਤਾਂ ਮੈਨੂੰ ਕਰੰਟ ਅਫੇਅਰਸ ਨੇ ਕੀਤਾ ਸੀ। ਤੇ ਆਪਦੇ ਆਪ 'ਚੋਂ ਦੇਖੋ ਤਾਂ? ਅਗਰ ਮੈਂ ਆਪਦੇ ਆਪ ਦੇ ਵਿੱਚ ਦੇਖਾਂ ਤਾਂ ਕਹਿ ਸਕਦੇ ਹੈਗੇ ਕਿ ਵੀ ਕੁਛ ਟਾਈਮ ਮੈਨੇਜਮੈਂਟ ਦਾ ਮੇਰਾ ਇਸ਼ੂ ਸੀਗਾ, ਅਤੇ ਉਹ ਟਾਈਮ ਮੈਨੇਜਮੈਂਟ ਨੂੰ ਰਿਜ਼ੋਲਵ ਕਰਨਾ ਹੀ ਮੇਰਾ ਇੱਕ ਟਾਸਕ ਸੀ। ਅਤੇ ਉਹ ਜਦੋਂ ਮੇਰਾ ਰਿਜ਼ੋਲਵ ਹੋ ਗਿਆ ਤਾਂ ਉਦੋਂ ਮੇਰੀ ਸਕਸੈਸ ਵਾਲੀ ਜਿਹੜੀ ਕਹਿ ਲਓ ਵੀ, ਚਾਹੇ ਕਹਿ ਲਓ ਗੋਲ, ਮੇਰਾ ਨੇੜੇ ਆਉਂਦਾ ਰਿਹਾ। ਉਹ ਟਾਈਮ ਮੈਨੇਜਮੈਂਟ ਨੇ ਮੈਨੂੰ ਸਹੀ ਕਰਤਾ ਹੈ। ਮਾਪਿਆਂ ਦਾ ਕਿੰਨਾ ਕੁ ਰੋਲ ਹੁੰਦਾ ਇਸ ਕੰਮ 'ਚ? ਮਾਪਿਆਂ ਦਾ ਤਾਂ ਸਰ ਮੈਂ ਕਹਿ ਦੂੰਗੀ ਕਿ ਬਹੁਤ ਹੀ ਜ਼ਿਆਦਾ ਵੱਡਾ ਰੋਲ ਹੈ, ਕਿਉਂਕਿ ਸਾਈਕੋਲੋਜੀਕਲ ਸਪੋਰਟ ਮੈਨੂੰ ਬਹੁਤ ਚਾਹੀਦੀ ਸੀਗੀ ਇਸ ਚੀਜ਼ ਦੇ ਲਈ। ਬੇਸਿਕਲੀ ਜਦੋਂ ਤੁਸੀਂ ਕੋਈ ਵੀ ਚੀਜ਼ ਵਾਸਤੇ ਜਾਂਦੇ ਹੋ ਤਾਂ 2 ਚੀਜ਼ਾਂ ਹੁੰਦੀਆਂ, ਅਗਰ ਆਪਾਂ ਦੇਖੀਏ, ਇੱਕ ਆਪਾਂ ਹੁੰਦੇ ਹਾਂ ਅਤੇ ਆਪਣਾ ਆਸੇ-ਪਾਸੇ ਵਾਲਾ ਇਨਵਾਇਰਮੈਂਟ ਹੁੰਦਾ। ਉਹ ਆਸੇ-ਪਾਸੇ ਵਾਲਾ ਇਨਵਾਇਰਮੈਂਟ ਬਹੁਤ ਇੰਪੋਰਟੈਂਟ ਹੁੰਦਾ, ਕਿਉਂਕਿ ਉਹ ਤੁਹਾਨੂੰ ਮੋਟੀਵੇਟ ਕਰਦਾ ਹਰ ਚੀਜ਼ ਵਾਸਤੇ ਜੀ। ਉਹ ਤੁਹਾਨੂੰ ਉੱਪਰ ਵੀ ਲੈ ਕੇ ਜਾ ਸਕਦਾ, ਤੁਹਾਨੂੰ ਨੀਚੇ ਵੀ ਲੈ ਕੇ ਜਾ ਸਕਦਾ, ਕਿਸੇ ਡਾਇਰੈਕਸ਼ਨ ਦੇ ਵਿੱਚ ਵੀ ਲੈ ਕੇ ਜਾ ਸਕਦਾ। ਔਰ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਇਸ ਚੀਜ਼ ਵਾਸਤੇ ਹੀ ਹੁੰਦੇ ਆ, ਜਦੋਂ ਆਪਾਂ ਕੋਈ ਲੋ ਫੇਸ 'ਚ ਆ ਜਾਈਏ ਉਹ ਤੁਹਾਨੂੰ ਸਪੋਰਟ ਕਰਨ, ਜਾਂ ਫਿਰ ਤੁਹਾਨੂੰ ਕੋਈ ਦਿਸ਼ਾ ਦਿਖਾਉਣ, ਉਸ ਦੇ ਵਿੱਚ ਸਪੋਰਟ ਕਰਨ। ਅਤੇ ਉਹ ਸਾਈਕੋਲੋਜੀਕਲ ਸਪੋਰਟ ਬਹੁਤ ਇੰਪੋਰਟੈਂਟ ਹੁੰਦਾ, ਜਦੋਂ ਪੇਰੈਂਟਸ ਵੱਲੋਂ ਇਹ ਸਾਈਕੋਲੋਜੀਕਲ ਸਪੋਰਟ ਬਹੁਤ ਇੰਪੋਰਟੈਂਟ ਹੈਗਾ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਰੁਪਿੰਦਰ ਜੀ, ਟਾਈਮ ਦਿੱਤਾ, ਬਹੁਤ ਇੰਪੋਰਟੈਂਟ ਟਾਈਮ ਦਿੱਤਾ, ਅਤੇ ਅਸੀਂ ਨੌਜਵਾਨ ਪੀੜ੍ਹੀ ਲਈ ਇਹ ਕੋਸ਼ਿਸ਼ ਦੇ ਵਿੱਚ ਤੁਸੀਂ ਹਿੱਸਾ ਪਾਇਆ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰੁਪਿੰਦਰ ਕੌਰ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ, ਅਤੇ ਇਹਨਾਂ ਨਾਲ ਗੱਲਬਾਤ ਹੈ ਜਿਹੜੀ ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਹੌਸਲਾ ਦੇਵੇ ਕਿ ਧੂਰੀ ਕੋਈ ਬਹੁਤਾ ਦੂਰ ਨਹੀਂ। ਮਾਲਵੇ ਦੇ ਸਾਡੇ ਹੰਭਲਾ ਮਾਰਨ ਦੀ ਲੋੜ ਹੈ। ਸਾਰਾ ਹੀ ਪੰਜਾਬ ਛੋਟਾ ਜਿਹਾ,
ਛੋਟੇ ਜਿਹੇ ਪੰਜਾਬ ਦੇ ਵਿੱਚ ਹੰਬਲਾ ਮਾਰੀਏ ਤਾਂ ਜੋ ਵੱਡੇ ਵੱਡੇ ਜਿਹੜੀਆਂ ਪਾਲਿਸੀਜ਼ ਬਣਨੀਆਂ ਚੀਜ਼ਾਂ ਬਣਨੀਆਂ ਪੰਜਾਬ ਨੂੰ ਬਿਹਤਰ ਕਰਨਾ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਸਾਡੇ ਆਪ ਦੇ ਬੱਚੇ ਉੱਥੇ ਬੈਠੇ ਨੇ 2073 ਮਿਲਾਂਗੇ। ਸਤਿ ਸ਼੍ਰੀ ਅਕਾਲ।